Students, Vaheguru Ji Ka Khalsa, Vaheguru Ji Ki Fateh. Today we are going to start next chapter, that is friction. You might have seen a driver of a car or a truck slowing down the vehicle at a traffic signal. यानी कि ਅਸੀਂ ਦੇਖਦੇ ਹਾਂ ਕਿ ਜਿਹੜਾ ਡਰਾਈਵਰ ਆ ਉਹ ਕਾਰ ਜਾਂ ਟਰੱਕ ਦੀ ਸਪੀਡ ਜਿਹੜੀ ਟ੍ਰੈਫਿਕ ਸਿਗਨਲਸ ਦੇ ਉੱਪਰ ਸਲੋ ਕਰ ਲੈਂਦਾ ਵਾ, ਜਾਂ ਅਸੀਂ ਜਦੋਂ ਬਾਈਸਾਈਕਲ ਚਲਾਉਂਦੇ ਹਾਂ ਤੇ ਜਦੋਂ ਸਾਨੂੰ ਲੱਗਦਾ ਕਿ ਹੁਣ ਅਸੀਂ ਇਹਨੂੰ ਹੌਲੇ ਕਰਨਾ ਵਾ ਤੇ ਅਸੀਂ ਉਹਦੇ ਉੱਪਰ ਬ੍ਰੇਕ ਸਪਲਾਈ ਕਰਦੇ ਹਾਂ। ਨੇ ਕਿਹਾ ਕਿ ਕੀ ਕਦੀ ਤੁਸੀਂ ਸੋਚਿਆ ਕਿ ਕਿਉਂ ਅਸੀਂ ਵਹੀਕਲ ਦੇ ਉੱਪਰ ਬ੍ਰੇਕਸ ਲਗਾਉਂਦੇ ਹਾਂ ਉਹਨੂੰ ਸਲੋ ਕਰਨ ਦੇ ਲਈ? ਸਿਰਫ ਵਹੀਕਲ ਹੀ ਨਹੀਂ, ਕੋਈ ਵੀ ਆਬਜੈਕਟ ਜਿਹੜਾ ਕਿਸੇ ਦੂਜੇ ਸਰਫੇਸ ਦੇ ਉੱਪਰ ਜਾਂ ਦੂਜੇ ਆਬਜੈਕਟ ਦੇ ਉੱਪਰ ਮੂਵ ਕਰਦਾ ਵਾ ਤੇ ਬਿਨਾਂ ਕਿਸੇ ਬਾਹਰੀ ਬਲ ਦੇ ਉਹ ਆਪਣੇ ਆਪ ਹੀ ਚੀਜ਼ ਰੁਕ ਜਾਂਦੀ ਆ। ਜਿਵੇਂ ਆਪਾਂ ਐਗਜ਼ਾਮਪਲ ਦੇਖ ਸਕਦੇ ਹਾਂ ਕਿ ਇੱਕ ਮੂਵਿੰਗ ਬਾਲ ਆ, ਅਸੀਂ ਬਾਲ ਨੂੰ ਮੂਵ ਕੀਤਾ ਤੇ ਉਹ ਜਿਹੜੀ ਬਾਲ ਆ ਕੁਛ ਪਹਿਲਾਂ ਸਲੋ ਹੋ ਜਾਏਗੀ ਤੇ ਫਿਰ ਕੁਛ ਟਾਈਮ ਬਾਅਦ ਉਹ ਬਾਲ ਜਿਹੜੀ ਆ ਉਹ ਬਿਲਕੁਲ ਸਟਾਪ ਕਰ ਜਾਏਗੀ। ਹੁਣ ਇਹਨੇ ਕਿਹਾ ਕਿ ਉਹ ਬਾਲ ਕਿਉਂ ਰੁਕ ਗਈ ਕੁਛ ਟਾਈਮ ਬਾਅਦ? ਫਿਰ ਹੋਰ ਕੁਐਸਚਨਸ ਅਰਾਈਜ਼ ਹੁੰਦੇ ਆ ਕਿ ਅਸੀਂ ਜਦੋਂ ਬਨਾਨਾ ਪੀਲ ਯਾਨੀ ਕਿ ਕੇਲੇ ਦੇ ਛਿਲਕੇ ਉੱਪਰ ਅਸੀਂ ਪੈਰ ਰੱਖਦੇ ਹਾਂ ਤੇ ਉਹ ਸਲਿੱਪ ਕਿਉਂ ਕਰ ਜਾਂਦਾ ਵਾ, ਮਤਲਬ ਕਿ ਅਸੀਂ ਸਲਿੱਪ ਕਿਉਂ ਕਰ ਜਾਂਦੇ ਹਾਂ। ਜਾਂ ਕਿਸੇ ਸਮੂਥ ਜਿਵੇਂ ਮੰਨ ਲਓ ਮਿਰਰ ਆ ਜਾਂ ਵੈਟ ਫਲੋਰ ਗਿੱਲਾ ਫਰਸ਼ ਆ ਉਹਦੇ ਉੱਪਰ ਸਾਡੇ ਲਈ ਤੁਰਨਾ ਮੁਸ਼ਕਲ ਕਿਉਂ ਹੁੰਦਾ ਵਾ। ਇਹਨਾਂ ਸਾਰੇ ਕੁਐਸਚਨਸ ਦੇ ਆਨਸਰਸ ਆਪਾਂ ਇਸ ਲੈਸਨ ਦੇ ਵਿੱਚ ਫਾਈਂਡ ਆਊਟ ਕਰਾਂਗੇ। ਔਰ ਇਹਨਾਂ ਸਾਰੇ ਕੁਐਸਚਨਸ ਦਾ ਆਨਸਰ ਕੀ ਆ ਕਿ ਉਹਨਾਂ ਦੇ ਵਿੱਚ ਇੱਕ ਫੋਰਸ ਪੈਦਾ ਹੁੰਦੀ ਆ। ਕਿਹੜੀ ਫੋਰਸ? ਫੋਰਸ ਆਫ ਫ੍ਰਿਕਸ਼ਨ ਯਾਨੀ ਕਿ ਰਗੜ ਬਲ। ਇਹਦਾ ਮਤਲਬ ਫ੍ਰਿਕਸ਼ਨਲ ਫੋਰਸ ਕੀ ਹੋ ਗਈ ਜਾਂ ਫੋਰਸ ਆਫ ਫ੍ਰਿਕਸ਼ਨ ਕੀ ਹੋ ਗਈ ਕਿ ਜਦੋਂ ਦੋ ਸਰਫੇਸ ਜਿਹੜੇ ਆ ਉਹ ਆਪਸ ਦੇ ਵਿੱਚ ਕੰਟੈਕਟ ਦੇ ਵਿੱਚ ਆਉਂਦੇ, ਰਗੜਦੇ ਆ ਇੱਕ ਦੂਜੇ ਦੇ ਉੱਪਰ, ਤੇ ਉਦੋਂ ਕਿਹੜੀ ਫੋਰਸ ਪੈਦਾ ਹੁੰਦੀ ਆ? ਫ੍ਰਿਕਸ਼ਨਲ ਫੋਰਸ। ਉਹਦੇ ਲਈ ਐਕਟੀਵਿਟੀ ਆ ਸਾਡੇ ਕੋਲ ਕਿ ਅਸੀਂ ਮੰਨ ਲਓ ਇੱਕ ਟੇਬਲ ਆ ਸਾਡੇ ਕੋਲ, ਉਹਦੇ ਉੱਪਰ ਅਸੀਂ ਇੱਕ ਬੁੱਕ ਨੂੰ ਮੂਵ ਕਰਾਂਗੇ ਤੇ ਬੁੱਕ ਜਿਹੜੀ ਆ ਉਹ ਮੰਨ ਲਓ ਅਸੀਂ ਮੂਵ ਕਰਤੀ ਤੇ ਥੋੜ੍ਹੀ ਦੂਰ ਜਾ ਕੇ ਉਹ ਬੁੱਕ ਨੇ ਆਪਣੇ ਆਪ ਹੀ ਰੁਕ ਜਾਣਾ ਵਾ। ਹੁਣ ਅਸੀਂ ਫੋਰਸ ਮੰਨ ਲਓ ਇਸ ਪਾਸਿਓਂ ਲਗਾਈ ਤੇ ਜਿਹੜੀ ਫ੍ਰਿਕਸ਼ਨਲ ਫੋਰਸ ਲੱਗਣੀ ਆ ਜਿਹਨੇ ਇਹਨੂੰ ਰੋਕਣਾ ਵਾ ਉਹ ਉਹਦੀ ਹਮੇਸ਼ਾ ਆਪੋਜ਼ਿਟ ਦਿਸ਼ਾ ਤੋਂ ਲੱਗਦੀ ਆ, ਉਹਦੇ ਵਿਰੋਧ 'ਚ ਲੱਗਦੀ ਆ। ਇਸੇ ਤਰ੍ਹਾਂ ਦੂਜੇ ਕੇਸ ਦੇ ਵਿੱਚ ਮੰਨ ਲਓ ਅਸੀਂ ਬੁੱਕ ਨੂੰ ਇੱਧਰੋਂ ਫੋਰਸ ਲਗਾ ਰਹੇ ਹਾਂ ਤੇ ਇਹਨੇ ਬੁੱਕ ਨੇ ਫਿਰ ਕੁਛ ਟਾਈਮ ਬਾਅਦ ਆਪਣੇ ਆਪ ਰੁਕ ਜਾਣਾ। ਕਿਉਂ? ਕਿਉਂਕਿ ਇਹ ਜਿਹੜੀ ਫ੍ਰਿਕਸ਼ਨਲ ਫੋਰਸ ਆ ਉਹਦਾ ਵਿਰੋਧ ਕਰ ਰਹੀ ਆ, ਉਸ ਫੋਰਸ ਦਾ ਵਿਰੋਧ ਕਰ ਰਹੀ ਆ, ਉਹਦੀ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਜਿਹੜੀ ਫ੍ਰਿਕਸ਼ਨਲ ਫੋਰਸ ਆ ਉਹ ਪੈਦਾ ਹੋਏਗੀ। ਹੁਣ ਇਹਨੇ ਕਿਹਾ ਕਿ ਜੇਕਰ ਅਸੀਂ ਦੋਨਾਂ ਕੇਸਿਸ ਦੇ ਵਿੱਚ ਹੀ ਦੇਖੀਏ ਤੇ ਜਿਹੜੀ ਫੋਰਸ ਆ ਦੈਟ ਅਪੋਜ਼ਿਸ ਦਾ ਮੋਸ਼ਨ ਆਫ ਦਾ ਬੁੱਕ, ਕਿ ਦੋਨਾਂ ਕੇਸਿਸ ਦੇ ਵਿੱਚ ਜਿਹੜੀ ਫੋਰਸ ਆ ਬਾਲ ਆ ਜਿਹੜਾ ਉਹ ਬੁੱਕ ਦੀ ਮੋਸ਼ਨ ਦਾ ਵਿਰੋਧ ਕਰਦੀ ਆ। ਤੇ ਫਿਰ ਫੋਰਸ ਆਫ ਫ੍ਰਿਕਸ਼ਨ ਜਿਹੜੀ ਲੱਗਦੀ ਆ ਉਹ ਹਮੇਸ਼ਾ ਅਪਲਾਈਡ ਜਿੱਧਰ ਨੂੰ ਅਸੀਂ ਫੋਰਸ ਲਗਾਉਂਦੇ ਆ ਉਹਦੀ ਆਪੋਜ਼ਿਟ ਡਾਇਰੈਕਸ਼ਨ 'ਚ ਲੱਗਦੀ, ਜਿਵੇਂ ਮੈਂ ਪਿੱਛੇ ਤੁਹਾਨੂੰ ਸਮਝਾ ਚੁੱਕੀ ਹਾਂ। ਹੁਣ ਉਹਨੇ ਕਿਹਾ ਕਿ ਇਹਦਾ ਮਤਲਬ ਉੱਪਰਲੀ ਐਕਟੀਵਿਟੀ ਤੋਂ ਸਾਨੂੰ ਕੀ ਪਤਾ ਲੱਗਦਾ ਕਿ ਹਮੇਸ਼ਾ ਫ੍ਰਿਕਸ਼ਨ ਪੈਦਾ ਕਰਨ ਦੇ ਲਈ ਕੀ ਆ ਦੋ ਸਰਫੇਸਿਸ ਦਾ ਹੋਣਾ ਜ਼ਰੂਰੀ ਆ। ਜਿਵੇਂ ਮੰਨ ਲਓ ਇੱਥੇ ਇੱਕ ਟੇਬਲ ਦਾ ਸਰਫੇਸ ਸੀਗਾ ਅਤੇ ਦੂਜਾ ਬੁੱਕ ਦਾ ਸਰਫੇਸ, ਕਿ ਦੋਨੋਂ ਜਦੋਂ ਆਪਸ ਦੇ ਵਿੱਚ ਕੰਟੈਕਟ ਵਿੱਚ ਆਉਂਦੇ ਆ ਅਤੇ ਉਹਨਾਂ ਦੇ ਵਿੱਚ ਫੋਰਸ ਪੈਦਾ ਹੁੰਦੀ ਆ, ਦੈਟ ਇਜ਼ ਫ੍ਰਿਕਸ਼ਨਲ ਫੋਰਸ। ਹੁਣ ਫੈਕਟਰਸ ਅਫੈਕਟਿੰਗ ਫ੍ਰਿਕਸ਼ਨ, ਕਿ ਕਿਹੜੇ ਕਿਹੜੇ ਫੈਕਟਰਸ ਆ ਜਿਹੜੇ ਫ੍ਰਿਕਸ਼ਨ ਨੂੰ ਪ੍ਰਭਾਵਿਤ ਕਰਦੇ ਆ। ਉਹਦੇ ਲਈ ਐਕਟੀਵਿਟੀ ਦਿੱਤੀ ਹੋਈ ਆ ਕਿ ਅਸੀਂ ਇੱਕ ਬ੍ਰਿਕ ਲਵਾਂਗੇ, ਬ੍ਰਿਕ ਨੂੰ ਅਸੀਂ ਇੱਕ ਧਾਗੇ ਦੇ ਨਾਲ ਬੰਨਾਂਗੇ, ਧਾਗੇ ਦੇ ਨਾਲ ਬੰਨ੍ਹ ਕੇ ਅਤੇ ਇੱਕ ਅਸੀਂ ਸਪਰਿੰਗ ਬੈਲੈਂਸ ਲਵਾਂਗੇ। ਉਹ ਧਾਗਾ ਅਸੀਂ ਸਪਰਿੰਗ ਬੈਲੈਂਸ ਦੇ ਨਾਲ ਲਟਕਾ ਦਾਂਗੇ ਅਤੇ ਇਹਦੇ ਉੱਪਰ ਅਸੀਂ ਜਿਹੜਾ ਬੈਲੈਂਸ ਆ ਇਹਦੇ ਉੱਪਰ ਉਸ ਫੋਰਸ ਨੂੰ, ਉਹਦੀ ਰੀਡਿੰਗ ਨੂੰ ਮੈਜ਼ਰ ਕਰਾਂਗੇ। ਪਹਿਲੇ ਕੇਸ ਦੇ ਵਿੱਚ ਅਸੀਂ ਬ੍ਰਿਕ ਉਵੇਂ ਹੀ ਲੈ ਲੈਣੀ ਆ ਧਾਗਾ ਲਪੇਟ ਕੇ। ਫਿਰ ਦੂਜੇ ਕੇਸ ਦੇ ਵਿੱਚ ਕੀ ਕਰਨਾ ਵਾ ਕਿ ਅਸੀਂ ਇਹਦੇ ਉੱਪਰ ਕੋਈ ਸਮੂਥ ਸਰਫੇਸ ਕਵਰਿੰਗ ਦੇ ਦੇਣੀ ਆ, ਯਾਨੀ ਕਿ ਜਿਵੇਂ ਪੋਲੀਥੀਨ ਬੈਗ ਆ, ਲਿਫਾਫਾ, ਉਹ ਚੜ੍ਹਾ ਦਾਂਗੇ। ਫਿਰ ਉਹਦੀ ਮੈਜ਼ਰ ਕਰਾਂਗੇ ਰੀਡਿੰਗ। ਅਤੇ ਤੀਜੇ ਕੇਸ ਦੇ ਵਿੱਚ ਅਸੀਂ ਜੂਟ, ਕੋਈ ਮਤਲਬ ਕਿ ਜਿਵੇਂ ਬੈਗ ਵਗੈਰਾ ਦਾ ਕੋਈ ਕੱਪੜਾ ਜਿਹੜਾ ਵਾ ਜੂਟ ਦਾ, ਸਣ ਦਾ, ਉਹ ਲਗਾ ਦਾਂਗੇ ਕੱਪੜਾ ਅਤੇ ਫਿਰ ਉਹਦੇ ਨਾਲ ਅਸੀਂ ਇਹਦੀ ਰੀਡਿੰਗ ਜਿਹੜੀ ਆ ਮੈਜ਼ਰ ਕਰਾਂਗੇ। ਜਿੰਨਾ ਸਰਫੇਸ ਜ਼ਿਆਦਾ ਰਫ ਹੋਏਗਾ ਓਨੀ ਫ੍ਰਿਕਸ਼ਨਲ ਫੋਰਸ ਜ਼ਿਆਦਾ ਪੈਦਾ ਹੋਏਗੀ।
ਤੇ ਜਿੰਨਾ ਸਰਫੇਸ ਸਮੂਥ ਹੋਏਗਾ ਉਨੀ ਫ੍ਰਿਕਸ਼ਨਲ ਫੋਰਸ ਘੱਟ ਲੱਗੇਗੀ। ਨਾਓ ਹੇਅਰ ਇਜ਼ ਐਨ ਆਲਸੋ ਐਕਟੀਵਿਟੀ ਕਿ ਅਸੀਂ ਦੇਖਣਾ ਕਿ ਇੱਕ ਅਸੀਂ ਸਮੂਥ ਫਲੋਰ ਦੇ ਉੱਪਰ ਜਾਂ ਟੇਬਲ ਦੇ ਉੱਪਰ ਅਸੀਂ ਇੱਕ ਇਨਕਲਾਈਨਡ ਪਲੇਨ ਲਿਆ। ਇਨਕਲਾਈਨਡ ਪਲੇਨ ਮਤਲਬ ਥੋੜ੍ਹਾ ਸਲੋਪਿੰਗ ਸਰਫੇਸ ਜਿਹਨੂੰ ਕਹਿ ਦਿੰਦੇ, ਜਿਵੇਂ ਆਪਾਂ ਘਰਾਂ ਦੇ ਵਿੱਚ ਬਾਹਰੋਂ ਗੱਡੀ ਜਾਂ ਮੋਟਰਸਾਈਕਲ ਚੜਾਉਣ ਦੇ ਲਈ ਥੋੜ੍ਹਾ ਸਰਫੇਸ ਆਪਾਂ ਉੱਚਾ ਰੱਖਿਆ ਹੁੰਦਾ ਵਾ, ਉੱਪਰੋਂ ਉੱਚਾ ਅਤੇ ਨੀਚੇ ਨੂੰ ਮਤਲਬ ਹੁੰਦਾ, ਉਹਨੂੰ ਆਪਾਂ ਕਹਿੰਦੇ ਇਨਕਲਾਈਨਡ ਪਲੇਨ। ਜਾਂ ਜਿਵੇਂ ਤੁਸੀਂ ਅਕਸਰ ਦੇਖਿਆ ਹੋਏਗਾ ਕਿ ਟਰੱਕ ਦੇ ਵਿੱਚ ਜਦੋਂ ਕੋਈ ਬੋਰੀਆਂ ਵਗੈਰਾ ਰੱਖਦੇ ਆ ਅਤੇ ਉਹਦੇ 'ਤੇ ਇੱਕ ਉਹ ਸਲੋਪਿੰਗ ਸਰਫੇਸ ਲਗਾ ਦਿੰਦੇ ਆ, ਇੱਕ ਫੱਟਾ ਲਗਾ ਦਿੰਦੇ ਆ, ਕਿਉਂਕਿ ਉਹਦੇ ਉੱਤੇ ਮੂਵ ਕਰਨਾ ਆਸਾਨ ਹੁੰਦਾ ਵਾ। ਹੁਣ ਕੀ ਕੀਤਾ ਕਿ ਅਸੀਂ ਇੱਥੇ ਆਹ ਟੇਬਲ ਆ, ਹੁਣ ਇੱਥੇ ਅਸੀਂ ਰੱਖਿਆ ਬਾਲ ਰੱਖੀ ਜਾਂ ਕੋਈ ਸੈੱਲ ਰੱਖਿਆ, ਇਹਨਾਂ ਨੇ ਬੱਚਿਆਂ ਨੇ ਸੈੱਲ ਯੂਜ਼ ਕੀਤਾ, ਸੈੱਲ ਇੱਥੇ ਰੱਖਤਾ, ਇੱਥੋਂ ਮੂਵ ਕਰਕੇ ਸੈੱਲ ਜਿਹੜਾ ਇੱਥੇ ਚਲਾ ਗਿਆ। ਹੁਣ ਇਹਦਾ ਸਰਫੇਸ ਜਿਹੜਾ ਵਾ ਉਹ ਇਹਦੇ ਕੰਪੈਰੇਟਿਵਲੀ ਸਮੂਥ ਆ। ਪਹਿਲਾ ਸਰਫੇਸ ਓਨਲੀ ਟੇਬਲ ਹੀ ਲਿਆ, ਦੂਜਾ ਫਿਰ ਟੇਬਲ ਦੇ ਉੱਪਰ ਉਹਨਾਂ ਨੇ ਕੁਛ ਸੈਂਡ ਪਾ ਲਈ ਜਾਂ ਕੋਈ ਜਿਵੇਂ ਜਿਹੜਾ ਮੈਟ ਆ ਉਹ ਵਿਛਾ ਲਿਆ। ਅਤੇ ਇਹਦੇ ਪਹਿਲੇ ਕੇਸ ਦੇ ਵਿੱਚ ਕੀ ਹੋਇਆ ਕਿ ਸੈੱਲ ਜਿਹੜਾ ਬਹੁਤ ਦੂਰ ਤੱਕ ਚਲਾ ਗਿਆ ਅਤੇ ਦੂਜੇ ਕੇਸ ਦੇ ਵਿੱਚ ਕੀ ਆ ਕਿ ਸੈੱਲ ਥੋੜ੍ਹਾ ਨੇੜੇ ਰਹਿ ਗਿਆ। ਇਟ ਮੀਨਸ ਕਿ ਜਿਹੜੀ ਫ੍ਰਿਕਸ਼ਨਲ ਫੋਰਸ ਆ ਦੈਟ ਡਿਪੈਂਡਸ ਔਨ ਦਾ ਨੇਚਰ ਆਫ ਦਾ ਸਰਫੇਸ, ਕਿ ਸਰਫੇਸ ਕਿਹੋ ਜਿਹਾ ਵਾ। ਜੇਕਰ ਜ਼ਿਆਦਾ ਸਮੂਥ ਸਰਫੇਸ ਆ ਅਤੇ ਜਿਹੜੀ ਚੀਜ਼ ਆ ਉਹਦੇ ਉੱਪਰ ਸਾਨੂੰ ਫ੍ਰਿਕਸ਼ਨ ਜਿਹੜਾ ਫੋਰਸ ਆ ਉਹ ਘੱਟ ਲਗਾਉਣੀ ਪਏਗੀ, ਅਤੇ ਜਿਹੜੀ ਜ਼ਿਆਦਾ ਰਫ ਆ ਸਰਫੇਸ ਉੱਥੇ ਫ੍ਰਿਕਸ਼ਨਲ ਫੋਰਸ ਜ਼ਿਆਦਾ ਲੱਗੇਗੀ, ਜ਼ਿਆਦਾ ਪੈਦਾ ਹੋਏਗੀ। ਹੁਣ ਉਹਨੇ ਕਿਹਾ ਕਿ ਅਸੀਂ ਫ੍ਰਿਕਸ਼ਨ ਜਿਹੜੀ ਆ ਉਹ ਕਾਹਦਾ ਕਰਕੇ ਕਾਜ਼ ਹੁੰਦੀ ਆ, ਕਾਹਦਾ ਕਰਕੇ ਪੈਦਾ ਹੁੰਦੀ ਆ, ਦੋਵਾਂ ਸਰਫੇਸਿਸ ਦੇ ਵਿੱਚ ਇਰਰੈਗੂਲੈਰਿਟੀਜ਼ ਹੋਣ ਕਰਕੇ। ਮੰਨ ਲਓ ਕਿ ਜਿਵੇਂ ਅਸੀਂ ਖੁਰਦਰਾ ਸਰਫੇਸ ਆ ਅਤੇ ਉਹਦੇ ਉੱਪਰ ਅਸੀਂ ਚੱਲਦੇ ਹਾਂ ਅਤੇ ਸਾਨੂੰ ਚੱਲਣਾ ਔਖਾ ਲੱਗਦਾ। ਮੰਨ ਲਓ ਕੋਈ ਰੋੜਿਆਂ ਵਾਲੀ ਸੜਕ ਆ ਅਤੇ ਉਹਦੇ ਉੱਪਰ ਅਸੀਂ ਸ਼ੂਜ਼ ਪਾ ਕੇ ਮੰਨ ਲਓ ਚੱਲਦੇ ਹਾਂ ਅਤੇ ਉਹਦੇ ਉੱਪਰ ਚੱਲਣਾ ਸਾਨੂੰ ਮੁਸ਼ਕਲ ਲੱਗਦਾ ਵਾ। ਕਿਉਂਕਿ ਉੱਥੇ ਫ੍ਰਿਕਸ਼ਨ ਹੁਣ ਬਹੁਤ ਜ਼ਿਆਦਾ ਵਾ। ਅਤੇ ਜਿਵੇਂ ਪਿੱਛੇ ਅਸੀਂ ਪੜ੍ਹਿਆ ਸੀ ਕਿ ਬਨਾਨਾ ਪੀਲ ਤੋਂ ਅਸੀਂ ਤਿਲਕ ਜਾਂਦੇ ਹਾਂ, ਉਹ ਕਿਉਂ ਤਿਲਕਦੇ ਹਾਂ? ਕਿਉਂਕਿ ਫ੍ਰਿਕਸ਼ਨ ਬਹੁਤ ਜ਼ਿਆਦਾ ਘੱਟ ਹੁੰਦੀ ਹੈ, ਜਿਹਦੀ ਵਜ੍ਹਾ ਕਰਕੇ ਅਸੀਂ ਉਹਦੇ ਉੱਪਰੋਂ ਸਲਿੱਪ ਕਰ ਜਾਂਦੇ ਹਾਂ। ਅਤੇ ਜਿੰਨਾ ਸਰਫੇਸ ਜ਼ਿਆਦਾ ਸਮੂਥ ਹੋਏਗਾ ਉਨੀ ਫ੍ਰਿਕਸ਼ਨ ਘੱਟ ਲੱਗੇਗੀ, ਜਿੰਨਾ ਸਰਫੇਸ ਜਿਹੜਾ ਵਾ ਉਹ ਜ਼ਿਆਦਾ ਰਫ ਹੋਏਗਾ ਉਨੀ ਜਿਹੜੀ ਫੋਰਸ ਆ ਫ੍ਰਿਕਸ਼ਨਲ ਫੋਰਸ ਉਹ ਜ਼ਿਆਦਾ ਲੱਗੇਗੀ। ਹੁਣ ਉਹਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਕਈ ਵਾਰੀ ਸਮੂਥ ਸਰਫੇਸ ਜਿਹੜੇ ਸਾਨੂੰ ਦੇਖਣ 'ਚ ਸਮੂਥ ਲੱਗਦੇ ਜਿਵੇਂ ਟੇਬਲ ਹੀ ਆ, ਪਰ ਉਹਨਾਂ ਦੇ ਵਿੱਚ ਵੀ ਜਿਹੜੀਆਂ ਅਨਸੀਨ ਇਰਰੈਗੂਲੈਰਿਟੀਜ਼ ਜਿਹੜੀਆਂ ਵਾ ਉਹ ਹੁੰਦੀਆਂ ਵਾ। ਥੈਂਕ ਯੂ।